ਗੁਰੂ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੋਨੋਂ ਪਿਤਾ ਪੁੱਤਰ, ਦੋਨੋਂ ਗੁਰੂ ਜਾਮੇ, ਦੋਨੋਂ ਸਰਬੰਸਦਾਨੀ ਸਤਿਗੁਰੂ ਦੇਵ ਜੀ ਦੀਆਂ ਚਰਨ ਕਮਲਾਂ ਦੀਆਂ ਖੜਾਵਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਚੰਦਨ ਦੀ ਲੱਕੜ ਦੀਆਂ ਬਣੀਆਂ ਹੋਈਆਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਖੜਾਵਾਂ ਤਖਤ ਪਟਨਾ ਸਾਹਿਬ ਵਿਖੇ ਮੌਜੂਦ ਨੇ, ਜਿਨ੍ਹਾਂ ਦੇ ਦੀਦਾਰ ਸੰਗਤਾਂ ਰੋਜ਼ ਸ਼ਰਧਾ ਨਾਲ ਕਰਦੀਆਂ ਨੇ ਔਰ ਦੀਦਾਰ ਕਰਦਿਆਂ ਐਸਾ ਅਨੁਭਵ ਕਰਦੀਆਂ ਨੇ ਕਿ ਜਿਵੇਂ ਅਸੀਂ ਸਤਿਗੁਰੂ ਜੀ ਦੇ ਚਰਨਾਂ 'ਤੇ ਹੀ ਸੀਸ ਰੱਖਿਆ ਹੋਵੇ। ਸਮੇਂ ਦੇ ਅੰਤਰਾਲ ਨਾਲ ਹਰ ਚੀਜ਼ ਜਿਹੜੀ ਹੈ ਉਸ ਵਿੱਚ ਕਮਜ਼ੋਰੀ ਆ ਜਾਂਦੀ ਹੈ, ਭਾਵੇਂ ਮਨੁੱਖੀ ਸਰੀਰ ਹੈ, ਭਾਵੇਂ ਕੋਈ ਧਾਤੂ ਹੈ, ਭਾਵੇਂ ਕੋਈ ਪੱਥਰ ਆਦਿਕ ਹੈ। ਉਹ ਸਮੇਂ ਦੇ ਅੰਤਰਾਲ ਕਰਕੇ, ਸਮੇਂ ਦੀ ਕਾਲ ਕਰਕੇ ਜਿਹੜਾ ਹੈ ਖੜਾਵਾਂ ਦੀ ਵੀ ਹਾਲਤ ਜਿਹੜੀ ਹੈ ਉਹ ਜ਼ਰਜ਼ਰ ਹੋਈ ਹੈ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਕਮਲਾਂ ਦੀਆਂ ਚਰਨ ਪਾਦੁਕਾ ਖੜਾਵਾਂ ਬਹੁਤ ਮਜ਼ਬੂਤ ਹਨ, ਪਰ ਸਾਹਿਬ ਗੁਰੂਦੇਵ ਸਰਬੰਸਦਾਨੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੜਾਵਾਂ ਜੋ ਹਾਥੀ ਦੰਦ ਦੀਆਂ ਨੇ, ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਕਮਜ਼ੋਰ ਹੈ ਔਰ ਜਗ੍ਹਾ ਜਗ੍ਹਾ ਉਸ ਵਿੱਚ ਕੁਝ ਪੀਸ ਵੱਖ ਵੀ ਹੋ ਰਹੇ ਹਨ, ਜਿਸ ਨੂੰ ਦੇਖਦਿਆਂ ਹੋਇਆਂ ਇਹ ਜ਼ਰੂਰੀ ਸਮਝਿਆ ਗਿਆ ਕਿ ਇਹਨਾਂ ਦੀ ਸੇਵਾ ਕਰਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਦੀਆਂ ਤੱਕ ਇਹਨਾਂ ਨੂੰ ਖੂਬਸੂਰਤੀ ਨਾਲ ਸੰਭਾਲ ਕੇ ਰੱਖਿਆ ਜਾਏ ਔਰ ਇਹਨਾਂ ਦੀ ਸੇਵਾ ਸੁਚਾਰੂ ਰੂਪ ਵਿੱਚ ਚੱਲਦੀ ਰਹੇ ਅਤੇ ਸੰਗਤਾਂ ਸ਼ਰਧਾ ਸਹਿਤ ਦੀਦਾਰ ਕਰਦੀਆਂ ਰਹਿਣ। ਉਹ ਤਾਂ ਹੀ ਸੰਭਵ ਹੈ ਕਿ ਉਹਨਾਂ ਨੂੰ ਪ੍ਰੀਜ਼ਰਵ ਕਰਾਇਆ ਜਾਏ ਔਰ ਚੂँਕਿ ਪਹਿਲਾਂ ਹੀ ਉਹਨਾਂ 'ਤੇ ਸੋਨੇ ਦੀ ਸੇਵਾ ਹੋਈ ਹੈ, ਉਹ ਜਿਹੜੇ ਪੱਤਰੇ ਸਨ ਉਹ ਵੀ ਸਮੇਂ ਦੇ ਅੰਤਰਾਲ ਨਾਲ ਹੌਲੀ ਹੌਲੀ ਕਾਫੀ ਵਰਕ ਲੱਗੇ ਹੋਏ ਸਨ ਅਤੇ ਉਹ ਵੀ ਜਿਹੜੇ ਨੇ ਉਹ ਤਕਰੀਬਨ ਉਤਰ ਚੁੱਕੇ ਨੇ। ਇਸ ਲਈ ਸੋਨੇ ਦੀ ਸੇਵਾ ਸਭ ਤੋਂ ਪਹਿਲਾਂ ਜ਼ਰੂਰੀ ਸੀ ਅਤੇ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ, ਜਿਸ ਵਾਸਤੇ ਸੰਗਤਾਂ ਨੇ ਵਧੀਆ ਹੁੰਗਾਰਾ ਭਰਿਆ ਔਰ ਸੇਵਾ ਦੇਣ ਵਾਸਤੇ ਕਿਹਾ। ਉਹਦੇ ਵਿੱਚ ਸਭ ਤੋਂ ਜ਼ਿਆਦਾ ਸੇਵਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਨਾਨਕਸਰ ਸ਼ਾਹੀ ਠਾਠ ਨਕੋਦਰ ਵਾਲਿਆਂ ਨੇ, ਜੋ ਬਹੁਤ ਨਿਰਮਲ ਆਤਮਾ ਹਨ, ਉਹਨਾਂ ਨੇ ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਅਤੇ ਕੋਈ 13 ਲੱਖ ਇੱਕ ਵਾਰੀ ਅਤੇ 13 ਲੱਖ ਫੇਰ ਕੋਈ 26 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਖਾਤਿਆਂ ਵਿੱਚ ਔਨਲਾਈਨ ਪਵਾਈ ਹੈ। ਇਸੇ ਤਰ੍ਹਾਂ ਹੋਰ ਸੰਗਤਾਂ ਦੀ ਸੇਵਾ ਵੀ ਪਹੁੰਚੀ ਹੈ ਅਤੇ ਕੁਝ ਸੰਗਤਾਂ ਨੇ ਹੋਰ ਸੇਵਾ ਜਿਹੜੀ ਆ ਉਹ ਭੇਟ ਕਰਨ ਲਈ ਆਖਿਆ ਹੋਇਆ ਹੈ। ਇਸ ਲਈ ਆਉਣ ਵਾਲੀ 10 ਤਰੀਕ ਤੋਂ ਅਸੀਂ ਯਤਨ ਕਰ ਰਹੇ ਹਾਂ, 10 ਜਨਵਰੀ ਤੋਂ ਉਹ ਸੇਵਾ ਆਰੰਭ ਹੋ ਜਾਏ। ਗੁਰਪੁਰਬ ਮਹਾਰਾਜ ਜੀ ਦਾ ਪੋਹ ਦੀ 7ਵੀਂ 18, 19, 20 ਜਨਵਰੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 2021, 18, 19 ਜਨਵਰੀ 20 ਜਨਵਰੀ ਤੱਕ ਮਨਾਇਆ ਜਾ ਰਿਹਾ ਅਤੇ ਉਸ ਤੋਂ ਪਹਿਲੇ ਅਸੀਂ ਸੋਚਦੇ ਹਾਂ ਵੀ ਇਹ ਸੋਨੇ ਦੀ ਸੇਵਾ ਮੁਕੰਮਲ ਹੋ ਜਾਏ, ਉਸ ਤੋਂ ਬਾਅਦ ਪ੍ਰੀਜ਼ਰਵ ਕਰਾ ਲਵਾਂਗੇ। ਜੇ ਕੋਈ ਇਮਾਰਤ ਗਿਰ ਜਾਏ ਤਾਂ ਉਸ ਇਮਾਰਤ ਨੂੰ ਅਸੀਂ ਦੁਬਾਰੇ ਬਣਾ ਸਕਦੇ ਹਾਂ। ਕੋਈ ਪੁਸਤਕ ਸਾਡੇ ਕੋਲੋਂ ਅਲੋਪ ਹੋ ਜਾਏ, ਉਹ ਅਸੀਂ ਦੁਬਾਰੇ ਉਹਨੂੰ ਪ੍ਰਿੰਟ ਕਰਾ ਸਕਦੇ ਹਾਂ। ਪਰ ਇਹ ਜਿਹੜੀ ਮਹਾਨ ਵਸਤੂ ਹੈ, ਦੁਰਲੱਭ ਹੈ, ਅਨਮੋਲ ਹੈ, ਇਹਦਾ ਸਾਰੇ ਸੰਸਾਰ ਦੀ ਸੋਨਾ ਚਾਂਦੀ ਦੇ ਕੇ ਵੀ ਕੀਮਤ ਨਹੀਂ ਪਾਈ ਜਾ ਸਕਦੀ ਔਰ ਇਹ ਸਾਨੂੰ ਦੁਬਾਰੇ ਨਹੀਂ ਮਿਲ ਸਕਦੀ।
ਕਿਉਂਕਿ ਸਤਿਗੁਰੂ ਜੀ ਦੇ ਚਰਨਾਂ ਦਾ ਸਪਰਸ਼ ਪ੍ਰਾਪਤ ਹੈ, ਉਹਨਾਂ ਦੁਆਰਾ ਵਰਤੀਆਂ ਹੋਈਆਂ ਚੀਜ਼ਾਂ ਨੇ, ਜਿਨ੍ਹਾਂ ਵਿੱਚ 4 ਤੀਰ ਨੇ ਮਹਾਰਾਜ ਜੀ ਦੇ, ਉਹਨਾਂ ਨੂੰ ਵੀ ਸੋਨਾ ਲਗਾਉਣ ਦਾ ਦਾਸ ਦਾ ਸੰਕਲਪ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦਾ ਕਟਾਰ ਹੈ, ਖੰਜਰ ਬਾਗ ਨੱਖੀ ਹੈ, 2 ਮਹਾਰਾਜ ਜੀ ਦੇ ਚੱਕਰ ਹਨ, ਇੱਕ ਛੋਟੀ ਚੱਕਰੀ ਹੈ, ਔਰ ਇੱਕ ਸਤਿਗੁਰੂ ਜੀ ਦਾ ਚੰਦਨ ਦਾ ਕੰਘਾ ਹੈ ਵਰਤਿਆ ਹੋਇਆ, ਜੋ ਦੋਵਾਂ ਸਾਈਡਾਂ ਤੋਂ, ਜਿਹਦੇ ਦੰਦੇ, ਉੱਪਰਲਾ ਜਿਹੜਾ ਫਰੇਮ ਹੈ ਉਹ ਮੌਜੂਦ ਹੈ, ਵਿਚਕਾਰ ਕੁਝ ਦੰਦੇ ਮੌਜੂਦ ਨੇ, ਅਤੇ ਸਾਈਡਾਂ ਤੋਂ ਕੁਝ ਦੰਦੇ ਜਿਹੜੇ ਨੇ ਉਹ ਸਮੇਂ ਦੇ ਅੰਤਰਾਲ ਨਾਲ ਜਿਹੜੇ ਨੇ ਹੌਲੀ ਹੌਲੀ ਕਰਕੇ ਭੁਰ ਗਏ ਨੇ, ਅਤੇ ਫਿਰ ਉਹ ਮਿਲ ਨਹੀਂ ਸਕੇ ਵੀ ਕਿੱਥੇ ਨੇ। ਉਸ ਨੂੰ ਵੀ 5 ਪਿਆਰਿਆਂ ਦੀ ਰਾਏ ਹੈ ਕਿ ਦੋਵਾਂ ਸਾਈਡਾਂ 'ਤੇ ਦੰਦੇ ਉਸੇ ਆਕਾਰ ਦੇ ਸੋਨੇ ਦੇ ਬਣਵਾ ਦਿੱਤੇ ਜਾਣ, ਅਤੇ ਜਿਹੜੇ ਵਿਚਕਾਰ ਦੰਦੇ ਮੌਜੂਦ ਨੇ ਚੰਦਨ ਦੇ, ਉਹ ਐਜ਼ ਇਟ ਇਜ਼ ਬਣੇ ਰਹਿਣ, ਅਤੇ ਉਹ ਕੰਘੇ ਦਾ ਆਕਾਰ ਖੰਡਿਤ ਜਿਹੜਾ ਨਜ਼ਰ ਆ ਰਿਹਾ ਉਹ ਨਾ ਆਵੇ। ਇਸ ਲਈ ਵੀ ਹੋਰ ਸਾਨੂੰ ਲੋੜ ਪਏਗੀ, ਅਸੀਂ ਸੰਗਤਾਂ ਨੂੰ ਪ੍ਰਾਰਥਨਾ ਕਰਾਂਗੇ, ਔਰ ਉਹ ਸਾਰੀਆਂ ਸੇਵਾਵਾਂ ਜਿਹੜੇ ਬਾਕਸ ਨੇ ਜਿਨ੍ਹਾਂ ਵਿੱਚ ਅਸੀਂ ਰੱਖਦੇ ਹਾਂ, ਉਹਨਾਂ ਦਾ ਵੀ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈਗੇ। ਇਸ ਤਰ੍ਹਾਂ ਪੰਘੂੜਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਸ 'ਤੇ ਸਾਹਿਬ ਸਭ ਤੋਂ ਪਹਿਲਾਂ ਆ ਕੇ ਬਿਰਾਜੇ ਨੇ। ਜਨਮ ਤੋਂ ਬਾਅਦ ਜਿਹੜੇ ਪੰਘੂੜੇ 'ਤੇ ਉਹਨਾਂ ਨੂੰ ਬਿਰਾਜਮਾਨ ਕਰਾਇਆ ਗਿਆ, ਉਹਦੇ ਪਾਵਿਆਂ 'ਤੇ ਵੀ ਸੋਨੇ ਦੀ ਸੇਵਾ ਹੋਣ ਵਾਲੀ ਹੈ। ਇਹ ਸਾਰਾ ਜਿਹੜਾ ਹੈਗਾ ਖਰਚ ਜਿਹੜਾ ਤਕਰੀਬਨ 1 ਕਰੋੜ 1.25 ਕਰੋੜ ਦਾ ਅਸੀਂ ਐਸਟੀਮੇਟ ਕਰਦੇ ਹਾਂ ਵੀ ਹੋਵੇਗਾ, ਜ਼ਿਆਦਾ ਵੀ ਹੋ ਸਕਦਾ, ਅਤੇ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਚੱਲਣਾ। ਅਤੇ ਜਿਹੜੇ ਸੁਭਾਗੇ ਲੋਕ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਤੌਫੀਕ ਵੀ ਬਖਸ਼ੀ ਹੈ, ਸੇਵਾ ਦਾ ਚਾਅ ਵੀ ਬਖਸ਼ਿਆ, ਉਹਨਾਂ ਨੂੰ ਵੀ ਅਸੀਂ ਪ੍ਰੇਰਨਾ ਕਰਦੇ ਹਾਂ ਕਿ ਤੁਸੀਂ ਆ ਕੇ ਅਤੇ ਮਹਾਰਾਜ ਜੀ ਦੇ ਘਰ ਸੇਵਾ ਪਾਓ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਰ, ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਕਿਹੋ ਜਿਹੇ ਪ੍ਰਬੰਧ ਨੇ? ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਜੋ 18, 19, 20 ਜਨਵਰੀ 2021 ਨੂੰ ਆ ਰਹੇ ਨੇ, ਉਹਨਾਂ ਦੇ ਪ੍ਰਬੰਧ ਬਹੁਤ ਸੁਚਾਰੂ ਰੂਪ ਨਾਲ ਔਰ ਬੜੀ ਤਨਦੇਹੀ ਨਾਲ ਸਰਦਾਰ ਅਵਤਾਰ ਸਿੰਘ ਜੀ ਹਿੱਤ ਜੋ ਮੁੱਖ ਸੇਵਾਦਾਰ ਨੇ, ਔਰ ਮਹਿੰਦਰਪਾਲ ਸਿੰਘ ਜੀ ਢਿੱਲੋਂ ਜਨਰਲ ਸਕੱਤਰ, ਅਤੇ ਸਾਰੀ ਧਰਮ ਪ੍ਰਚਾਰ ਕਮੇਟੀ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ, ਇੰਦਰਜੀਤ ਸਿੰਘ ਜੀ ਟਾਟਾ ਨਗਰ ਮੀਤ ਪ੍ਰਧਾਨ ਨੇ, ਔਰ ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਜੀ ਲਖਨਊ ਵਾਲੇ, ਸਰਦਾਰ ਕਮਿੱਕਰ ਸਿੰਘ ਜੀ ਕਲਕੱਤੇ ਤੋਂ, ਇਸ ਤਰ੍ਹਾਂ ਸਾਰੇ ਮੈਂਬਰ ਸਾਹਿਬਾਨ ਜਿਹੜੇ ਨੇ ਉਹ ਸਰਦਾਰ ਜਗਜੋਤ ਸਿੰਘ ਸੋਹੀ ਜੀ ਨੇ, ਔਰ ਇਸੇ ਤਰ੍ਹਾਂ ਸਰਦਾਰ ਰਾਜਾ ਸਿੰਘ ਜੀ ਔਰ ਸਰਦਾਰ ਹਰਬੰਸ ਸਿੰਘ ਜੀ ਖਨੂਜਾ, ਇਹ ਸਾਰੇ ਮੈਂਬਰ ਸਾਹਿਬਾਨ ਨੇ, ਮਹਿੰਦਰ ਸਿੰਘ ਜੀ ਛਾਬੜਾ ਸਕੱਤਰ ਨੇ, ਔਰ ਦਾਸ, ਅਸੀਂ ਸਾਰੇ ਮਿਲ ਕੇ ਉਹ ਪ੍ਰਬੰਧ ਵਧੀਆ ਤੋਂ ਵਧੀਆ ਕੀਤੇ ਜਾ ਰਹੇ ਨੇ। 5 ਲੱਖ ਬੰਦੇ ਦਾ ਲੰਗਰ ਦਾ ਪ੍ਰਬੰਧ ਗੁਰਦੁਆਰਾ ਕੰਗਨ ਘਾਟ ਸਾਹਿਬ ਵਿਖੇ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ, ਬੱਧਨੀ ਕਲਾਂ ਵਾਲੇ ਮਹਾਂਪੁਰਖ, ਉਹਨਾਂ ਨੇ ਪ੍ਰਬੰਧ ਕੀਤਾ ਹੈ। ਔਰ ਇੰਨਾ ਹੀ ਤਕਰੀਬਨ ਰਾਜਗੀਰ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ, ਉਹਨਾਂ ਨੇ ਲੰਗਰਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਨੇ। ਹੋਰ ਇੱਥੋਂ ਲੁਧਿਆਣੇ ਦੀਆਂ ਸੰਗਤਾਂ ਹਰ ਸਾਲ ਲੰਗਰਾਂ ਦੀ ਸੇਵਾ ਕਰਦੀਆਂ ਨੇ। ਸਾਡੇ ਕੋਲ ਕੋਈ ਇਸ ਵੇਲੇ 15 ਲੱਖ ਬੰਦਿਆਂ ਦੇ ਲੰਗਰਾਂ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ਾਂ ਦਾ ਕਾਫੀ ਪ੍ਰਬੰਧ ਹੈ, ਭਾਵੇਂ ਇਸ ਵਾਰੀ ਟੈਂਟ ਸਿਟੀ ਦੀ ਅਜੇ ਪ੍ਰਵਾਨਗੀ ਨਹੀਂ ਮਿਲੀ, ਪਰ ਬਾਵਜੂਦ ਇਸ ਦੇ ਆਪਣੇ ਤਲ 'ਤੇ ਬਹੁਤ ਵਧੀਆ ਪ੍ਰਬੰਧ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਕਰ ਰਹੀ ਹੈ। ਸਰ, ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕਿਹੋ ਜਿਹੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ? ਕਰੋਨਾ ਜਿਹੜਾ ਪੈਂਡੇਮਿਕ ਹੈ, ਕੋਵਿਡ-19 ਵੀ ਜਿਹਨੂੰ ਕਹਿ ਦਿੰਦੇ ਨੇ, ਇਹ ਕਰੋਨਾ ਕ੍ਰਾਈਸਿਸ ਚੱਲ ਰਹੇ ਨੇ। ਨਿਰਸੰਦੇਹ ਇਸ ਵਾਸਤੇ ਬਹੁਤ ਵੱਡੇ ਇੰਤਜ਼ਾਮਾਂ ਦੀ ਲੋੜ ਹੈ। ਉਸ ਵਾਸਤੇ ਜਗ੍ਹਾ ਜਗ੍ਹਾ ਸੈਨੀਟਾਈਜ਼ਰ ਅਤੇ ਹੋਰ ਜਿਹੜੇ ਹੈਗੇ ਨੇ ਚੈੱਕਅਪ ਕਰਨ ਦੇ ਜਿਹੜੇ ਥਰਮਾਮੀਟਰ ਵਗੈਰਾ ਨੇ, ਉਹ ਸਾਰੇ ਲਗਾਏ ਗਏ ਨੇ। ਜਗ੍ਹਾ ਜਗ੍ਹਾ ਚੈੱਕ ਹੋਣਗੇ। ਕੋਈ ਵੀ ਐਸੀ ਗੁੰਜਾਇਸ਼ ਨਹੀਂ ਹੋਏਗੀ ਕਿ ਇੱਕ ਵੀ ਵਿਅਕਤੀ ਕੋਈ ਕਰੋਨਾ ਪ੍ਰਭਾਵਿਤ ਜਾਂ ਕੋਈ ਇਸ ਤਰ੍ਹਾਂ ਫੀਵਰ ਹੋਵੇ ਜਿਹਨੂੰ, ਜਾਂ ਤੇਜ਼ ਖਾਂਸੀ ਹੋਵੇ, ਜਾਂ ਜਿਹਨੂੰ ਬਰੀਦਿੰਗ ਪ੍ਰੋਬਲਮ ਕੋਈ
ਫੇਸ ਕਰਨੀ ਪੈ ਰਹੀ ਹੋਵੇ ਉਹਨਾਂ ਨੂੰ ਜਿਹੜਾ ਹੈ ਅੰਦਰ ਉਹਨਾਂ ਦੇ ਆਉਣ 'ਤੇ ਰੁਕਾਵਟ ਹੋਏਗੀ ਔਰ ਉਹਨਾਂ ਲਈ ਇਲਾਜ ਦਾ ਵੀ ਪ੍ਰਬੰਧ ਹੋਏਗਾ। ਸਰ ਤਾਂ ਜੇ ਕੋਈ ਇਸ ਤਰ੍ਹਾਂ ਦਾ ਸਾਨੂੰ ਸਿੰਪਟਮਸ ਦਿਖਦਾ ਹੈ ਤਾਂ ਅਸੀਂ ਤੁਰੰਤ ਉਸ ਨੂੰ ਇਲਾਜ ਮੁਹੱਈਆ ਕਰਾਵਾਂਗੇ। ਸਾਡੇ ਕੋਲ ਬਹੁਤ ਮੈਡੀਕਲ ਫੈਸਿਲਿਟੀਆਂ ਨੇ, ਡਾਕਟਰ ਸਾਹਿਬਾਨ ਨੇ ਔਰ ਜਿਹੜੇ ਹੋਰ ਬਾਹਰ ਯਾਤਰੀਆਂ ਵਿੱਚ ਡਾਕਟਰ ਸਾਹਿਬਾਨ ਆਉਣਗੇ ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਪਹਿਲਾਂ ਹੀ ਸਾਨੂੰ ਆਪਣਾ ਈਮੇਲ ਰਾਹੀਂ ਜਾਂ ਫ਼ੋਨ ਰਾਹੀਂ ਆਪਣੇ ਬਾਰੇ ਜਾਣਕਾਰੀ ਦੇ ਦੇਣ ਤਾਂ ਕਿ ਜੇ ਸਾਨੂੰ ਐਮਰਜੈਂਸੀ ਲੋੜ ਪਵੇ ਤਾਂ ਅਸੀਂ ਉਹਨਾਂ ਦੀ ਸੇਵਾ ਲੈ ਸਕੀਏ। ਸਰ ਕਿਹੜੇ ਸਮਾਗਮ ਜਿਹੜੇ ਹੋਣਗੇ ਔਰ ਕਿਹੜੀ ਲੜੀ ਚੱਲੇਗੀ? ਲੜੀ ਜਿਹੜੀ ਹੈ ਅਖੰਡ ਪਾਠਾਂ ਦੀ 1 ਜਨਵਰੀ ਤੋਂ ਹੀ ਪ੍ਰਾਰੰਭ ਹੋ ਚੁੱਕੀ ਹੈ, ਬਲਕਿ ਉਸ ਤੋਂ ਪਹਿਲਾਂ ਤੋਂ ਚੱਲ ਰਹੀ ਹੈ ਕੰਟੀਨਿਊਸਲੀ, ਅਤੇ ਗੁਰਪੁਰਬਾਂ ਵਾਸਤੇ ਖਾਸ ਕਰਕੇ 1 ਜਨਵਰੀ ਤੋਂ ਜਿਹੜੀ ਅਖੰਡ ਪਾਠ ਸਾਹਿਬਾਨ ਦੀ ਲੜੀ ਉਹ ਚੱਲ ਰਹੀ ਹੈ। ਅਤੇ ਬਹੁਤ ਜਿਹੜੇ ਨਾਮਵਰ ਕੀਰਤਨੀਏ ਨੇ ਉਹ ਇਸ ਵਾਰੀ ਬਹੁਤ ਵੱਡੇ ਪੱਧਰ 'ਤੇ ਤਖ਼ਤ ਸਾਹਿਬ ਵੱਲੋਂ ਇਨਵਾਈਟ ਕੀਤੇ ਗਏ ਨੇ। ਜਿਵੇਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਜੀ ਜਵੱਦੀ ਕਲਾਂ ਵਾਲੇ ਹਨ ਜੋ ਬਹੁਤ ਸੁਰੀਲੇ ਕੀਰਤਨੀਏ ਨੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਸਾਹਿਬ ਜਲੰਧਰ ਵਾਲੇ, ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਇਸੇ ਤਰ੍ਹਾਂ ਭਾਈ ਜੋਗਿੰਦਰ ਸਿੰਘ ਜੀ ਰਿਆੜ ਸਾਹਿਬ ਕੀਰਤਨੀ ਜਥਿਆਂ ਦਾ ਪ੍ਰਬੰਧ ਕੀਤਾ ਗਿਆ। ਪ੍ਰਚਾਰਕਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਔਰ ਇਸੇ ਤਰ੍ਹਾਂ ਭਾਈ ਜਗਦੇਵ ਸਿੰਘ ਜੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਨੇ, ਜਿਨ੍ਹਾਂ ਨੂੰ ਕੋਈ 100 ਦੇ ਕਰੀਬ ਬਾਣੀਆਂ ਯਾਦ ਨੇ, ਬਹੁਤ ਵਧੀਆ ਪ੍ਰਭਾਵਸ਼ਾਲੀ ਵਕਤੇ ਨੇ, ਨਿਤਨੇਮੀ ਜੀਵਨ ਵਾਲੇ, ਉਹ ਪਹੁੰਚ ਰਹੇ ਹਨ। ਇਸੇ ਤਰ੍ਹਾਂ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹ ਪਹੁੰਚ ਰਹੇ ਹਨ ਅਤੇ ਟਕਸਾਲ ਦੇ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖਾਤਬ ਹੋਣਗੇ। ਇਸੇ ਤਰ੍ਹਾਂ ਸਰਦਾਰ SP ਸਿੰਘ ਜੀ ਓਬੇ ਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜੋ ਵਰਲਡ ਵਾਈਡ ਪ੍ਰੈਜ਼ੀਡੈਂਟ ਨੇ ਉਹ ਪਹੁੰਚ ਰਹੇ ਹਨ ਔਰ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਜਿਹੜੇ ਆਗੂ ਹਨ, ਸਰਦਾਰ ਇਕਬਾਲ ਸਿੰਘ ਜੀ IPS ਪੰਜਾਬ ਪੁਲਿਸ IG ਸਾਹਿਬ ਉਹ ਪਹੁੰਚ ਰਹੇ ਹਨ, ਜਸਵੰਤ ਸਿੰਘ ਜੀ ਛਾਪਾ ਹਨ ਔਰ ਹੋਰ ਇਸ ਤਰ੍ਹਾਂ ਉਹਨਾਂ ਦੇ ਨਾਲ ਵਿਭੂਤੀਆਂ ਪਹੁੰਚ ਰਹੀਆਂ ਨੇ। ਟੈਸਟਿੰਗ ਲੈਬ ਦਾ ਜਿਹੜਾ ਹੈਗਾ ਉਹ ਉਦਘਾਟਨ ਕੀਤਾ ਜਾਏਗਾ। ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਕੇ ਮਾਮਾ ਜੀ, ਮਾਤਾ ਗੁਜਰੀ ਦੇ ਭਰਾਤਾ, ਉਹਨਾਂ ਦੇ ਨਾਮ 'ਤੇ ਕੋਈ ਯਾਦ ਹੈ ਨਹੀਂ ਸੀ ਅਤੇ ਪੌਂਟਾ ਸਾਹਿਬ ਉਹਨਾਂ ਨੇ ਬਹੁਤ ਵੱਡੇ ਜੰਗ ਵਿੱਚ ਭੰਗਾਣੀ ਦੇ ਯੁੱਧ ਵਿੱਚ ਬਹੁਤ ਵੱਡੀ ਵੀਰਤਾ ਦਿਖਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ 'ਚ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ। ਪਰਿਵਾਰ ਦੀ ਸਾਰੀ ਜਿਹੜੀ ਸੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਉਹ ਮਾਮਾ ਕਿਰਪਾਲ ਚੰਦ ਜੀ ਦੀ ਸੀ ਅਤੇ ਬਹੁਤ ਵੱਡੀ ਉਹਨਾਂ ਦੀ ਸਮਰਪਿਤ ਹੋ ਕੇ ਸੇਵਾ ਹੈ ਗੁਰੂ ਪੰਥ ਵਾਸਤੇ। ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਨਾਮ 'ਤੇ ਮਾਮਾ ਕਿਰਪਾਲ ਚੰਦ ਜੀ ਟੈਸਟਿੰਗ ਲੈਬ ਜੋ ਤਖ਼ਤ ਸਾਹਿਬ ਦੇ ਕੰਪਲੈਕਸ ਵਿੱਚ ਹੀ ਜਿਸ ਦਾ ਪ੍ਰਬੰਧ ਕੀਤਾ ਗਿਆ, ਜਿਹਦੇ 'ਤੇ ਉਹ ਸਦੀਵੀ ਹੈ ਜਿਸ ਵਿੱਚ ਅਸੀਂ ਥੋੜ੍ਹੇ ਜਿਹੇ ਨਾਮ ਮਾਤਰ ਰਸੀਦ ਕਟਵਾ ਕੇ ਅਤੇ ਵੱਡੇ ਵੱਡੇ ਜਿਹੜੇ ਮਹਿੰਗੇ ਮਹਿੰਗੇ ਟੈਸਟ ਨੇ ਉਹ ਬੜੀ ਜਲਦੀ ਉੱਥੇ ਸ਼ੁਰੂ ਹੋਣ ਜਾ ਰਹੇ ਨੇ ਅਤੇ ਬਹੁਤ ਵੱਡੇ ਪ੍ਰਬੰਧ ਨੇ ਹਰ ਤਰ੍ਹਾਂ ਨਾਲ, ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਹੈ। ਨਗਰ ਕੀਰਤਨ ਵਾਸਤੇ ਅਜੇ ਮੀਟਿੰਗ ਚੱਲ ਰਹੀ ਹੈ, ਉਹ ਜਿਵੇਂ ਵੀ ਪ੍ਰਸ਼ਾਸਨ ਦਾ ਖਿਆਲ ਹੋਵੇਗਾ ਉਸ ਤਰ੍ਹਾਂ ਨਾਲ ਕੀਤਾ ਜਾਏਗਾ। ਅਤੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਰੇ ਮਾਸਕ ਨਾਲ ਜ਼ਰੂਰ ਲੈ ਕੇ ਆਉਣੇ ਨੇ, ਜੋ ਕਿ ਤੁਸੀਂ ਵਰਤ ਕੇ ਫਿਰ ਉਹਨੂੰ ਡਿਸਪੋਜ਼ ਆਫ ਕਰ ਸਕੋ। ਜਿਹੜੇ ਧੋ ਕੇ ਨਾ ਪਾਉਣੇ ਪੈਣ ਅਤੇ ਤੁਸੀਂ ਆਪਣੇ ਮੈਡੀਕਲ ਸਟੋਰਾਂ 'ਤੇ ਜਿਹੜੇ ਸਰਜੀਕਲ ਮਾਸਕ ਮਿਲਦੇ ਨੇ ਜਿਹੜੇ ਉਹ ਲੈ ਕੇ ਆਓ। ਅਤੇ ਦਸਤਾਰ ਵਾਲੇ ਜਿਹੜੇ ਮਾਸਕ ਨੇ ਉਹਨਾਂ ਦੀ ਤਣੀਆਂ ਥੋੜ੍ਹੀਆਂ ਲੰਬੀਆਂ ਹੁੰਦੀਆਂ ਨੇ, ਜਿਹੜੇ ਛੋਟੇ ਦੂਜੇ ਮਾਸਕ ਨੇ ਜਿਹੜੇ ਸਹਿਜਧਾਰੀ ਵੀਰ ਪਾਉਂਦੇ ਨੇ ਉਹ ਕੰਨਾਂ ਤੋਂ ਉਹਨਾਂ ਦੇ ਪੈ ਜਾਂਦੇ ਨੇ, ਸੌਖੇ ਨੇ। ਅਤੇ ਸਾਨੂੰ ਸਿੱਖਾਂ ਨੂੰ ਜਿਹੜੇ ਥੋੜ੍ਹੀ ਲੰਮੀ ਤਣੀ ਵਾਲਾ ਮਾਸਕ ਲੈਣਾ ਪੈਂਦਾ ਕਿਉਂਕਿ ਫਿਰ ਕੰਨਾਂ ਤੋਂ ਸਾਡੇ ਆਉਂਦਾ ਨਹੀਂ, ਦਸਤਾਰ ਖਰਾਬ ਹੁੰਦੀ ਹੈ। ਇਸ ਲਈ ਆਪ ਮਾਸਕ ਨਾਲ ਜ਼ਰੂਰ ਲੈ ਕੇ ਆਓ। ਕੋਈ ਵੀ ਸੱਜਣ ਸੰਗਤਾਂ ਵਿੱਚ ਜਿਹੜਾ ਉਹ ਮਾਸਕ ਤੋਂ ਬਿਨਾਂ ਨਗਰ ਕੀਰਤਨ ਵਿੱਚ ਜਾਂ ਦੀਵਾਨਾਂ ਵਿੱਚ ਉਹ ਨਾ ਸ਼ਾਮਲ ਹੋਣ। ਮਤਲਬ ਇਹ ਹੈ ਕਿ ਸੋਸ਼ਲ ਡਿਸਟੈਂਸਿੰਗ ਵੀ ਰਹੇਗੀ ਔਰ ਮਾਸਕ ਵੇਅਰਿੰਗ ਵੀ ਜ਼ਰੂਰੀ ਰਹੇਗੀ।